ਇਹਦੇ ਅੰਦਰ ਜੋ ਚਿੰਤਨ ਚੱਲਦਾ ਰਹਿੰਦਾ, ਯਾਦਾਂ ਚੱਲਦੀਆਂ, ਜਿਸ ਦੀਆਂ ਯਾਦਾਂ ਚੱਲਦੀਆਂ ਰਹਿੰਦੀਆਂ ਬਾਰ-ਬਾਰ ਚੱਲਦੀਆਂ ਰਹਿੰਦੀਆਂ, ਮਨੁੱਖ ਉਹੀ ਕੁਛ ਹੈ। ਔਰ ਮਨੁੱਖ ਨੂੰ ਜਿਸ ਤੇ ਮਾਣ ਹੈ, ਬਸ ਮਨੁੱਖ ਉਹੀ ਕੁਛ ਹੈ। ਕਈ ਦਫਾ ਮਨੁੱਖ ਦੀ ਸੋਚ ਤੇ ਕੁਝ ਹੋਰ ਚੱਲਦੀ ਪਈ ਆਉਂਦੀ ਹੈ, ਕਰਦਾ ਕੁਛ ਹੋਰ ਪਿਆ ਹੁੰਦਾ ਹੈ। ਵਿਚਾਰ ਤੇ ਅੰਦਰ ਕੁਛ ਹੋਰ ਚੱਲਦੇ ਪਏ ਆਉਂਦੇ ਨੇ, ਲੇਕਿਨ ਕਿਰਦਾਰ ਕੁਛ ਹੋਰ ਪ੍ਰਗਟ ਕਰ ਰਿਹਾ ਹੁੰਦਾ ਹੈ। ਅੰਦਰ ਚਿੰਤਨ ਯਾਦਾਂ ਤੇ ਕੁਛ ਹੋਰ ਚੱਲ ਰਹੀਆਂ ਹੁੰਦੀਆਂ ਨੇ, ਭਾਵੇਂ ਬੈਠਾ ਗੁਰਦੁਆਰੇ 'ਚ ਹੋਵੇ, ਨਮਾਜ਼ ਪੜ੍ਹ ਰਿਹਾ ਹੋਵੇ, ਪੂਜਾ ਪਾਠ ਕਰ ਰਿਹਾ ਹੋਵੇ। ਮਨੁੱਖ ਜੋ ਕੁਛ ਦਿਖਾਈ ਦੇ ਰਿਹਾ ਹੈ ਉਹ ਨਹੀਂ ਹੈ। ਮਨੁੱਖ ਜੋ ਕੁਛ ਸੋਚਦਾ ਰਹਿੰਦਾ ਹੈ, ਮਨੁੱਖ ਉਹੀ ਕੁਛ ਹੈ। ਮਨੁੱਖ ਜੋ ਕੁਛ ਕਰਦਾ ਰਹਿੰਦਾ ਹੈ, ਮਨੁੱਖ ਉਹ ਨਹੀਂ ਹੈ। ਮਨੁੱਖ ਦੇ ਅੰਦਰ ਜਿਹੜੇ ਵਿਚਾਰ ਚੱਲਦੇ ਰਹਿੰਦੇ ਨੇ, ਮਨੁੱਖ ਉਹੀ ਕੁਛ ਹੈ। ਮਨੁੱਖ ਜੈਸਾ ਦਿਖਾਈ ਦਿੰਦਾ ਹੈ, ਧਰਮ ਕਹਿੰਦਾ ਹੈ, ਵੈਸਾ ਮਨੁੱਖ ਨਹੀਂ ਹੈ। ਜਿਹੜੀਆਂ ਯਾਦਾਂ ਮਨੁੱਖ ਦੇ ਅੰਦਰ ਚੱਲਦੀਆਂ ਰਹਿੰਦੀਆਂ, ਜਿਹੜੀਆਂ ਯਾਦਾਂ ਇਸ ਨੂੰ ਪ੍ਰਭਾਵਿਤ ਕਰਦੀਆਂ ਨੇ, ਮਨੁੱਖ ਉਹੀ ਕੁਛ ਹੈ। ਜਿਸ ਨੂੰ ਬਾਰ-ਬਾਰ ਸੋਚਦਾ ਹੈ, ਜਿਸ ਦੇ ਬਾਰ-ਬਾਰ ਵਿਚਾਰ ਚੱਲਦੇ ਨੇ, ਸਮਝ ਚੱਲਦੀ ਹੈ, ਫਿਰ ਉਹ ਚਿੰਤਨ ਦਾ ਹਿੱਸਾ ਬਣ ਜਾਂਦਾ ਹੈ, ਯਾਦ ਦਾ ਹਿੱਸਾ ਬਣ ਜਾਂਦਾ ਹੈ। ਇਹੀ ਯਾਦ ਚਾਰ ਰੂਪ ਧਾਰਨ ਕਰਦੀ ਹੈ: ਸਨੇਹ, ਪ੍ਰੇਮ, ਸ਼ਰਧਾ, ਭਗਤੀ। ਆਂਤਰਿਕ ਖੇਡ ਹੈ, ਧਰਮ ਅੰਦਰ ਦੀ ਖੇਡ ਹੈ। ਬਾਹਰੋਂ ਧਾਰਮਿਕ ਦਿਖਾਈ ਦੇ ਜਾਣਾ ਕੋਈ ਬਹੁਤ ਵੱਡੀ ਗੱਲ ਨਹੀਂ, ਬਥੇਰੇ ਦੁਨੀਆ ਧਾਰਮਿਕ ਦਿਖਾਈ ਦਿੰਦੀ ਹੈ, ਪਰ ਮਾਨਸਿਕ ਤਲ ਤੇ ਧਾਰਮਿਕ ਹੋ ਜਾਣਾ ਬੜੀ ਸਾਧਨਾ ਹੈ, ਬੜੀ ਤਪੱਸਿਆ ਹੈ, ਬੜੀ ਮਿਹਨਤ ਹੈ, ਬੜੀ ਕਰੜੀ ਮਿਹਨਤ ਹੈ। ਜ਼ਰੂਰੀ ਨਹੀਂ ਜੋ ਧਾਰਮਿਕ ਦਿਖਾਈ ਦੇ ਰਹੇ ਨੇ ਇਹ ਧਾਰਮਿਕ ਹੋਵਨ, ਦਿਖਾਈ ਦੇ ਰਹੇ ਨੇ। ਮੈਂ ਇੱਕ ਦਫਾ ਫਿਰ ਦੁਹਰਾਵਾਂ ਤੇ ਮੈਂ ਖੁਲਾਸਾ ਕਰਾਂ, ਮਨੁੱਖ ਜੋ ਕੁਝ ਦਿਖਾਈ ਦੇ ਰਿਹਾ ਹੈ, ਮਨੁੱਖ ਉਹ ਨਹੀਂ ਹੈ। ਮਨੁੱਖ ਜੋ ਕੁਝ ਸੋਚਦਾ ਰਹਿੰਦਾ ਹੈ, ਮਨੁੱਖ ਉਹੀ ਕੁਛ ਹੈ। ਮਨੁੱਖ ਉਹੀ ਕੁਛ ਹੈ। ਸੋਚਣੀ ਮਨੁੱਖ ਨੂੰ ਬਹੁਤ ਪ੍ਰਭਾਵਿਤ ਕਰਦੀ ਹੈ, ਵਿਚਾਰ ਬੰਦੇ ਨੂੰ ਬਹੁਤ ਪ੍ਰਭਾਵਿਤ ਕਰਦੇ ਨੇ, ਯਾਦਾਂ ਮਨੁੱਖ ਨੂੰ ਬਹੁਤ ਪ੍ਰਭਾਵਿਤ ਕਰਦੀਆਂ ਨੇ। ਔਰ ਮਨ ਦੇ ਤਲ ਤੇ ਮਨੁੱਖ ਬਿਲਕੁਲ ਸੁਤੰਤਰ ਹੈ। ਗੁਰਦੁਆਰੇ 'ਚ ਬੈਠ ਕੇ ਵੀ ਬੁਰਾ ਸੋਚ ਸਕਦਾ ਹੈ, ਕਿਸੇ ਨੂੰ ਕੁਛ ਨਹੀਂ ਪਤਾ। ਗੁਰਦੁਆਰੇ 'ਚ ਬੈਠ ਕੇ ਬੁਰੀਆਂ ਯਾਦਾਂ ਅੰਦਰ ਚਲਾ ਸਕਦਾ ਹੈ, ਕਿਸੇ ਨੂੰ ਕੁਛ ਨਹੀਂ ਪਤਾ। ਕਿਸੇ ਧਾਰਮਿਕ ਸਥਲ ਦੇ 'ਚ ਬੈਠ ਕੇ, ਮੰਦਿਰ ਦੇ 'ਚ ਬੈਠ ਕੇ, ਮਸਜਿਦ ਦੇ 'ਚ ਬੈਠ ਕੇ ਵੀ ਮਾੜੇ ਵਿਚਾਰ ਮਨੁੱਖ ਆਪਣੇ ਅੰਦਰ ਚਲਾ ਸਕਦਾ ਹੈ, ਕਿਸੇ ਨੂੰ ਕੁਛ ਨਹੀਂ ਪਤਾ। ਸਿਰਫ ਪਰਮਾਤਮਾ ਨੂੰ ਪਤਾ ਹੈ, ਉਹਦੀ ਪਹੁੰਚ ਸਾਡੇ ਮਨ ਤੱਕ ਹੈ। ਅਗਰ ਮਨੁੱਖ ਪਰਮਾਤਮਾ ਨੂੰ ਮੰਨਦਾ ਨਾ ਹੋਵੇ ਤੇ ਨਾਸਤਿਕ ਨਾ ਹੋਵੇ, ਨਾਸਤਿਕ ਹੋਵੇ, ਫਿਰ ਐਸੇ ਮਨੁੱਖ ਦਾ ਮਾੜੇ ਵਿਚਾਰਾਂ ਨੂੰ ਰੋਕਣਾ, ਮਾੜੀਆਂ ਯਾਦਾਂ ਨੂੰ ਰੋਕਣਾ ਬੜਾ ਔਖਾ ਹੋ ਜਾਏਗਾ, ਕਿਉਂਕਿ ਕਾਨੂੰਨ ਦੀ ਤੇ ਅੰਦਰ ਤੱਕ ਪਹੁੰਚ ਹੈ ਨਹੀਂ, ਸਮਾਜ ਦੀ ਤੇ ਅੰਦਰ ਤੱਕ ਪਹੁੰਚ ਹੈ ਹੀ ਨਹੀਂ। ਕਿਸੇ ਨੂੰ ਕੀ ਪਤਾ ਮੇਰੇ ਅੰਦਰ ਕੀ ਵਿਚਾਰ ਚੱਲਦੇ ਪਏ ਨੇ। ਅੰਦਰ ਤੱਕ ਪਹੁੰਚ ਸਿਰਫ ਪਰਮਾਤਮਾ ਦੀ ਹੈ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ, ਅੰਤਰਯਾਮੀ। ਭਾਈ ਗੁਰਦਾਸ ਇੱਕ ਪੰਕਤੀ ਦੇ ਵਿੱਚ ਕਹਿੰਦੇ ਨੇ, ਅੰਤਰ ਜਾਮੇ ਸੁਨ ਕੰਪਤ ਹੂੰ ਅੰਤਰਗਤ। ਹੇ ਪ੍ਰਭੂ, ਮੈਂ ਤੇ ਕੰਬ ਜਾਨਾ, ਜਦ ਪਤਾ ਚੱਲਦਾ ਤੂੰ ਤੇ ਅੰਦਰ ਵੇਖਦਾ। ਤੇਰੀ ਪਹੁੰਚ ਤੇ ਸਾਡੀ ਸੋਚਣੀ ਤੱਕ, ਅਸੀਂ ਕੀ ਸੋਚਦੇ ਰਹਿੰਦੇ ਹਾਂ। ਤੇਰੀ ਪਹੁੰਚ ਤੇ ਸਾਡੇ ਵਿਚਾਰਾਂ ਤੱਕ ਹੈ।
ਪਤਾ ਹੈ ਮਨੋਚਿੰਤਕ ਕੀ ਕਹਿੰਦੇ ਨੇ, ਮਨੋਵਿਗਿਆਨਕ, ਅਗਰ ਮਨੁੱਖ ਦੀ ਕਿਧਰੇ ਮਨੁੱਖ ਦੇ ਮਨ ਤੱਕ ਵੀ ਪਹੁੰਚ ਹੋਵੇ, ਦੁਨੀਆ ਦੇ ਵਿੱਚ ਮਿੱਤਰਤਾ ਭੰਗ ਹੋ ਜਾਏਗੀ, ਰਿਸ਼ਤੇਦਾਰੀ ਵੀ ਟੁੱਟ ਜਾਏਗੀ, ਕੁਛ ਵੀ ਨਹੀਂ ਰਹੇਗਾ। ਐਸਾ ਕਿਹੜਾ ਮਨੁੱਖ ਹੈ ਜਿਸ ਦੇ ਅੰਦਰ ਕਿਸੇ ਵਕਤ ਮਾੜੇ ਵਿਚਾਰ ਨਾ ਚੱਲਦੇ ਹੋਣ, ਗਲਤ ਨਾ ਸੋਚਦਾ ਹੋਵੇ, ਗਲਤ ਯਾਦਾਂ ਨਾ ਚਲਦੀਆਂ ਹੋਣ। ਮਨੋਚਿੰਤਕ ਤੇ ਕਹਿੰਦੇ ਨੇ ਜਿਸ ਨਾਲ ਬਹੁਤ ਪਿਆਰ ਹੈ, ਮਿੱਤਰ ਹੈ, ਉਹਦੇ ਬਾਰੇ ਵੀ ਕਦੀ ਮਾੜੀ ਸੋਚ ਨਹੀਂ ਚੱਲ ਸਕਦੀ ਹੈ। ਗਲਤ ਵਿਚਾਰ ਭਰਾ ਬਾਰੇ ਵੀ ਚੱਲ ਸਕਦੇ ਨੇ, ਗਲਤ ਸੋਚਣੀ ਪਤਨੀ ਬਾਰੇ ਵੀ ਚੱਲ ਸਕਦੀ ਹੈ, ਪਤੀ ਬਾਰੇ ਵੀ ਚੱਲ ਸਕਦੀ ਹੈ, ਬੱਚਿਆਂ ਬਾਰੇ ਵੀ ਚੱਲ ਸਕਦੀ ਹੈ। ਸੋਚਣੀ ਦੇ ਤਲ ਤੇ ਮਨੁੱਖ ਆਜ਼ਾਦ ਹੈ। ਜਿਸ ਬਾਰੇ ਬੁਰਾ ਸੋਚ ਰਿਹਾ ਉਹ ਨਹੀਂ ਵੇਖ ਸਕਦਾ, ਜਿਸ ਬਾਰੇ ਬੁਰੇ ਵਿਚਾਰ ਇਸ ਦੇ ਅੰਦਰ ਚੱਲ ਰਹੇ ਨੇ ਉਹ ਨਹੀਂ ਦੇਖ ਸਕਦਾ, ਦੇਖ ਹੀ ਨਹੀਂ ਸਕਦਾ, ਕੋਲ ਬੈਠਾ ਹੋਵੇ ਭਾਵੇਂ। ਤੋ ਮਨ ਦੇ ਤਲ ਤੇ ਮਨੁੱਖ ਬਿਲਕੁਲ ਸੁਤੰਤਰ ਹੈ, ਆਜ਼ਾਦ ਹੈ। ਹਾਂ, ਮਨ ਤੇ ਨਿਗਾਹ ਪਰਮਾਤਮਾ ਦੀ, ਕਿਉਂਕਿ ਉਹ ਵਿਆਪਕ ਹੈ ਤਾਂ ਉਹਦਾ ਵੇਖਣਾ ਵੀ ਵਿਆਪਕ ਹੈ, ਉਹ ਵਿਆਪਕ ਹੈ, ਉਹਦਾ ਸੁਣਨਾ ਵੀ ਵਿਆਪਕ ਹੈ। ਪੇਖਤ ਸੁਨਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਰੇ। ਹਰ ਵਕਤ ਕੋਈ ਮਨੁੱਖ ਕਿਸੇ ਨੂੰ ਨਹੀਂ ਦੇਖ ਸਕਦਾ। ਕੋਈ ਬੱਚੇ ਹਰ ਵਕਤ ਮਾਂ-ਬਾਪ ਦੀ ਨਿਗਾਹ ਥੱਲੇ ਨਹੀਂ ਆਉਂਦੇ, ਭਰਾ ਦੀ ਨਿਗਾਹ ਥੱਲੇ ਹਰ ਵਕਤ ਭਰਾ ਨਹੀਂ ਆਉਂਦਾ, ਪਤੀ ਦੀ ਨਿਗਾਹ ਦੇ ਥੱਲੇ ਹਰ ਵਕਤ ਪਤਨੀ ਨਹੀਂ ਆਉਂਦੀ, ਔਰ ਪਤਨੀ ਦੀ ਨਿਗਾਹ ਦੇ ਥੱਲੇ ਹਰ ਵਕਤ ਪਤੀ ਨਹੀਂ ਆਉਂਦਾ। ਪਰ ਸਾਰੇ ਸੰਸਾਰ ਦੇ ਜੀਵ ਪਰਮਾਤਮਾ ਦੀ ਨਿਗਾਹ ਦੇ ਥੱਲੇ ਨੇ ਔਰ ਹਰ ਵਕਤ ਨੇ, ਹਰ ਵਕਤ ਨੇ, ਸਭ ਕੁਝ ਉਸ ਦੀ ਨਿਗਾਹ ਦੇ ਥੱਲੇ। ਪੇਖਤ ਸੁਨਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਰੇ। ਸਭ ਤੋਂ ਵੱਡੀ ਸਿਆਣਪ ਹੈ, ਅਕਲਮੰਦੀ ਹੈ, ਨੇੜੇ ਕਰਕੇ ਜਾਣਦਾ ਹੈ। ਪ੍ਰਮਾਤਮਾ ਨੇੜੇ ਹੈ, ਦੇਖ ਰਿਹਾ ਹੈ, ਮੈਨੂੰ ਸੁਣ ਰਿਹਾ ਹੈ। ਇਹ ਸਭ ਤੋਂ ਵੱਡੀ ਅਕਲਮੰਦੀ ਹੈ, ਇਹ ਸਭ ਤੋਂ ਵੱਡੀ ਦਾਨਸ਼ਮੰਦੀ ਹੈ, ਔਰ ਇਹ ਸਭ ਤੋਂ ਵੱਡੀ ਮੂਰਖਤਾ ਹੈ ਕਿ ਰੱਬ ਕਿੱਥੇ ਦੇਖਦਾ ਪਿਆ। ਕਾਨੂੰਨ ਦੀ ਤੇ ਪਹੁੰਚ ਹੈ ਕੋਈ ਨਹੀਂ, ਸਮਾਜ ਤੇ ਦੇਖਦਾ ਨਹੀਂ ਪਿਆ ਤੇ ਰੱਬ ਨੂੰ ਮੰਨਦਾ ਨਹੀਂ, ਉਹ ਕਿੱਥੇ ਦੇਖਦਾ ਹੈ। ਜੋ ਕੁਝ ਕਰਨਾ ਹੈ ਕਰ। ਮਹਾਰਾਜ ਕਹਿੰਦੇ ਨੇ ਪ੍ਰਭ ਸਭ ਕੁਛ ਜਾਣੇ ਜਿਨ ਤੂੰ ਕੀਆ। ਤੂੰ ਜੋ ਸੋਚਦਾ ਰਹਿੰਦਾ ਸਭ ਕੁਝ ਪ੍ਰਭੂ ਨੂੰ ਪਤਾ। ਨਹੀਂ ਪਤਾ ਹੋਵੇਗਾ ਕਾਨੂੰਨ ਨੂੰ, ਤੂੰ ਬਚ ਗਿਆ ਹੋਵੇਗਾ। ਨਹੀਂ ਪਤਾ ਸਮਾਜ ਨੂੰ ਤੇਰੀ ਇੱਜ਼ਤ ਮਾਣ ਮਰਿਆਦਾ ਬਣੀ ਹੋਈ ਹੈ, ਲੇਕਿਨ ਪ੍ਰਭੂ ਨੂੰ ਤੇ ਪਤਾ। ਪਰਮਾਤਮਾ ਦੇ ਬੇਸ਼ੁਮਾਰ ਗੁਣਾਂ ਦੇ ਚੋਂ ਇੱਕ ਗੁਣ ਹੈ ਕਿ ਉਹ ਵੇਖ ਕੇ ਅਣਡਿੱਠ ਕਰਦਾ ਹੈ। ਦੋਖਨ ਦੇਖਤ ਹੈ ਪਰ ਦੇਤ ਨਾ ਹਾਰ। ਉਹ ਆਪਣਾ ਹੱਥ ਨਹੀਂ ਰੋਕਦਾ ਵੀ ਇਤਨਾ ਬੁਰਾ ਸੋਚਦਾ ਰਹਿੰਦਾ, ਇਹਦੇ ਅੰਦਰ ਇਤਨੇ ਬੁਰੇ ਵਿਚਾਰ ਚੱਲਦੇ ਰਹਿੰਦੇ ਨੇ, ਇਤਨੇ ਬੁਰੇ ਖਿਆਲਾਂ ਦਾ ਇਹ ਮਾਲਕ, ਇਹਦੀ ਇਤਨੀ ਬੁਰੀ ਸੋਚਣੀ, ਲੇਕਿਨ ਫਿਰ ਵੀ ਪਰਮਾਤਮਾ ਆਪਣੇ ਹੱਥ ਨਹੀਂ ਰੋਕਦਾ। ਦੋਖਨ ਦੇਖਤ ਹੈ, ਦੇਖਦਾ ਪਿਆ, ਪੜੋਸੀ ਵੇਖਦਾ ਵੀ ਨਹੀਂ ਤੇ ਢੰਡੋਰਾ ਪਿੱਟਦਾ, ਫਲਾਣਾ ਤੇ ਇੰਝ ਹੈ, ਇੰਝ ਹੈ। ਦੇਖਿਆ ਵੀ ਕੱਖ ਨਹੀਂ, ਢੰਡੋਰਾ ਪਿੱਟੀ ਜਾ ਰਿਹਾ। ਅੱਜ ਤੱਕ ਸੰਸਾਰ ਦਾ ਭਰਮਣ ਕਰਦਿਆਂ ਹੋਇਆਂ ਇੱਕ ਅੰਦਾਜ਼ੇ ਨਾਲ ਮੈਂ ਕਹਿ ਸਕਦਾ ਸੈਂਕੜੇ ਮਨੁੱਖ ਮੈਨੂੰ ਐਸੇ ਮਿਲੇ ਹੋਣਗੇ ਜਿਨ੍ਹਾਂ ਨੇ ਕਿਹਾ ਗਿਆਨੀ ਜੀ ਤੁਹਾਨੂੰ ਫਲਾਣੇ ਬਾਰੇ ਪਤਾ ਹੈ, ਬੜਾ ਅਨਰਥ ਕੀਤਾ ਉਸਨੇ। ਮੈਂ ਕਿਹਾ ਤੂੰ ਦੇਖਿਆ? ਕਹਿੰਦਾ ਦੇਖਿਆ ਤੇ ਨਹੀਂ ਸੁਣਿਆ। ਸੁਣਿਆ ਸੁਣਿਆ। ਕਰੀਬਨ 99% ਮੈਨੂੰ ਉਹ ਮਿਲੇ ਨੇ, ਜਦ ਮੈਂ ਪੁੱਛਿਆ ਤੂੰ ਦੇਖਿਆ? ਕਹਿੰਦਾ ਨਹੀਂ ਸੁਣਿਆ।
फिर किसी होर ने भी ये गल कही तो भी तू देखिया नहीं, कहता सुने, सिर्फ सुने, देखिया भी नहीं, ढंडोरा पिट रहा है। परमात्मा देखदे होया भी खामोश, खामोश। दोखन देखत हैं पर देत ना हारे। इस वास्ते असी अरदास दे विच ये शब्द ऐड कर दिते, जिन्ना वेख के अणडिठ कीता। महान है। वेख के अणडिठ करना ये परमात्मा वाला सुभाव है, ईश्वर वाला सुभाव है। वेख के अणडिठ कर सकता है कोई स्नेह दे च, कोई प्रेम दे च, उंज नहीं कर सकता। गलतियां ते देखियां ने बच्चे दियां, पर मां पड़दा पांदी है, छुपांदी है, किसी होर नूं ना पता चले। स्नेह, स्नेह। भुलां ते देखियां ने, कुछ अनर्थ ते देखिया है भरा दा, मित्र दा, पर मित्र छुपांदा है, पड़दा पांदा है। भरा छुपांदा है, पड़दा पांदा है प्यार। आम हालत विच मनुख वेखदा भी नहीं, ढंडोरा पिटदा है। एक प्यार ही इस वास्ते इसनूं कह दिता गया रब वर्गा ही है। प्यार वेखदा भी है तो खामोश हो जाता है, नज़रअंदाज कर देता है। और एक हकीकत है, मीरा ते साफ कहंदी है, हे प्रभु जे तू मेरे औगण गिणन लग पवें फिर ते तेरा मिलना कदी हो ही नहीं सकता, हो ही नहीं सकता। प्रभु जो हमरे दोख मत हृदय धारो। हे प्रभु तेरे सुभाव का पता है, तू मेरे दोखा नूं नहीं देखेगा, ना हृदय दे च धारण करेगा। कलगीधर पातशाह ते कहंदे ने, ऐसा सुभाव केवल परमात्मा दा है। दोखन देखत हैं पर देत ना हारे। देखदा है। ये अवस्था मनुख दी बन सकती है जिस दिन सारे संसार नाल प्यार हो जाए, तो सारे संसार नाल प्यार उसे नूं भगती कहंदे ने, प्रेमा भगती। परमात्मा नाल प्यार, सारे संसार नाल प्यार। पूरन प्रेम प्रतीत सजे ब्रत गोड़, मड़ी मठ भूल न मान। पूरन प्रेम जिहदी सारी पूर्णता आ गई, परमात्मा आ गया, इसनूं भगती कहंदे ने। जिस दिन मनुख भगत हो जाता है, उहदी अवस्था की बन जाती है। धन गुरु नानक देव जी महाराज फरमान करते हैं, हम नहीं चंगे बुरा नहीं कोई, प्रणवत नानक तारे सोए। साडा कोई दावा नहीं कि मैं चंगा, मेरा कोई कहना नहीं कि कोई बुरा है, कोई बुरा है। मैं चंगा हाँ, मैं चंगा हाँ, भगत दा ये दावा ही खत्म हो जाता है। कोई बुरा है, कोई बुरा है, ऐसा भगत दा कहना ही खत्म हो जाता है। ये भगत दी पहचान और हकीकत है। परमात्मा की दृष्टि च कोई बुरा भला नहीं है। गन्ने दे च रस पा दिता है परमात्मा ने, अमृत है। संतरे दा रस, अंगूरां दा रस अमृत है। पर इस अमृत नूं मनुख चाहे तो जहर बना सकता है, शराब बना ली। रस ते मिठा सी, अंगूरां दा कौड़ा हो गया। रस ते स्वादिष्ट सी, मिठा सी, संतरे दा कौड़ा हो गया। रस ते मिठा सी, गन्ने दा कौड़ा हो गया। मिठे नूं मनुख कौड़ा कर सकता है, अमृत नूं मनुख जहर बना सकता है। मनुख कोल ये तौफीक है। शराब नूं ही देख लो, मनुख ने मिठे नूं कौड़ा कर दिता है तरका के।
ਤੇ ਜੇ ਅੰਮ੍ਰਿਤ ਨੂੰ ਮਨੁੱਖ ਜ਼ਹਿਰ ਬਣਾ ਸਕਦਾ ਹੈ ਤਾਂ ਮਨੁੱਖ ਦੇ ਕੋਲ ਇੱਕ ਤੌਫੀਕ ਹੈ, ਜ਼ਹਿਰ ਨੂੰ ਵੀ ਅੰਮ੍ਰਿਤ ਬਣਾ ਸਕਦਾ ਹੈ। ਸੰਖੀਆ ਜ਼ਹਿਰ ਹੀ ਆਉਂਦੀ ਹੈ। ਹਕੀਮ ਵੈਦ ਇਹਨੂੰ ਮਾਰ ਕੇ ਇਸ ਦਾ ਕੁਸ਼ਤਾ ਬਣਾ ਲੈਂਦੇ ਨੇ, ਅੰਮ੍ਰਿਤ ਹੋ ਗਈ, ਅੰਮ੍ਰਿਤ ਹੋ ਗਈ। ਇਕਬਾਲ ਇਸ ਨੂੰ ਬੜੇ ਸੋਹਣੇ ਢੰਗ ਨਾਲ ਬਿਆਨ ਕਰਦੇ ਨੇ, ਜੋ ਜ਼ਹਿਰੇ ਹਲਾ ਹਲ ਹੈ ਵਹੀ ਅੰਮ੍ਰਿਤ ਹੈ ਨਾਦਾਂ, ਮਾਲੂਮ ਨਹੀਂ ਤੁਝਕੋ ਅੰਦਾਜ਼ ਹੈ ਪੀਣੇ ਕੇ। ਇਹ ਤੇ ਪੀਣ ਦਾ ਢੰਗ ਹੈ, ਜੇ ਤੈਨੂੰ ਆ ਜਾਏ ਅੰਮ੍ਰਿਤ ਹੈ, ਤੇ ਜੇ ਪੀਣ ਦਾ ਢੰਗ ਨਹੀਂ ਆਇਆ ਤਾਂ ਜ਼ਹਿਰ ਹੈ। ਜੇ ਜੀਣ ਦਾ ਢੰਗ ਆ ਗਿਆ ਤਾਂ ਜ਼ਿੰਦਗੀ ਅੰਮ੍ਰਿਤ ਹੈ, ਜੇ ਜੀਣ ਦਾ ਢੰਗ ਨਹੀਂ ਆਇਆ ਤਾਂ ਜ਼ਿੰਦਗੀ ਹੀ ਜ਼ਹਿਰ ਹੈ। ਜੇ ਰਹਿਣ ਦਾ ਤੈਨੂੰ ਢੰਗ ਆ ਗਿਆ, ਸਾਰਾ ਸੰਸਾਰ ਅੰਮ੍ਰਿਤ ਹੈ, ਨਿਰੰਕਾਰ ਦਾ ਰੂਪ ਹੈ। ਤੇ ਜੇ ਤੈਨੂੰ ਰਹਿਣ ਦਾ ਢੰਗ ਨਹੀਂ ਆਇਆ, ਸਾਰਾ ਸੰਸਾਰ ਜ਼ਹਿਰ ਹੈ। ਇਹ ਤੇਰੇ ਤੇ ਮੁਨਸਰ ਹੈ, ਤੂੰ ਜ਼ਹਿਰ ਦੇ ਚ ਜੀਵਣਾ ਹੈ ਕਿ ਅੰਮ੍ਰਿਤ ਦੇ ਚ ਜੀਵਣਾ ਹੈ। ਸਤਸੰਗ ਇਸ ਵਾਸਤੇ ਹੈ, ਔਰ ਅੱਜ ਤੱਕ ਬੜੇ ਬੜੇ ਅਵਤਾਰੀ ਪੁਰਸ਼ ਮਹਿਜ਼ ਇਸ ਲਈ ਆਏ ਕਿ ਮਨੁੱਖ ਚੁਣਾਵ ਠੀਕ ਕਰ ਸਕੇ, ਮਨੁੱਖ ਚੋਣ ਠੀਕ ਕਰ ਸਕੇ। ਅਕਸਰ ਮਨੁੱਖ ਚੁਣਾਵ ਗਲਤ ਕਰ ਲੈਂਦਾ, ਜ਼ਿੰਦਗੀ ਸਾਰੀ ਗਲਤ ਹੋ ਜਾਂਦੀ ਹੈ। ਜਿਤਨੇ ਜ਼ਿੰਦਗੀ ਦੇ ਤਾਰੀਕੀ ਹੋਵੇਗੀ, ਅਗਿਆਨ ਹੋਵੇਗਾ, ਉਤਨੀ ਹੀ ਜ਼ਿੰਦਗੀ ਜ਼ਹਿਰੀਲੀ ਬਣ ਜਾਏਗੀ। ਫਿਰ ਤਾਰੀਕ ਮਨੁੱਖ ਦਾ ਸੰਬੰਧ ਵੀ ਤਾਰੀਕੀ ਨਾਲ ਹੁੰਦਾ ਹੈ, ਰਾਤ ਨਾਲ ਹੁੰਦਾ ਹੈ। ਅੰਮ੍ਰਿਤ ਵੇਲੇ ਸੁੱਤਾ ਰਹਿ ਜਾਏਗਾ, ਰਾਤ ਦੀ ਤਾਰੀਕੀ ਨੂੰ ਉਜਵਲ ਕਰਕੇ ਜੂਏ ਖਾਨੇ 'ਚ ਬੈਠਾ ਹੋਵੇਗਾ, ਵੈਸ਼ਿਆਲੇ 'ਚ ਬੈਠਾ ਹੋਵੇਗਾ। ਮੰਦਰਾਂ ਦੀ ਰੌਣਕ ਤੇ ਖਤਮ ਹੋ ਗਈ, ਜੂਏ ਖਾਨਿਆਂ ਦੀ ਰੌਣਕ ਵੱਧ ਗਈ। ਮੰਦਰ ਉਸ ਨੂੰ ਕਹਿੰਦੇ ਨੇ ਜਿਸ ਦਾ ਦੁਆਰ ਸਵੇਰੇ ਖੁੱਲ੍ਹਦਾ ਹੈ, ਅੰਮ੍ਰਿਤ ਵੇਲੇ ਖੁੱਲ੍ਹਦਾ ਹੈ। ਜਿੱਥੇ ਸਵੇਰੇ ਘੜਿਆਲ ਵੱਜਦਾ ਹੈ, ਜਿੱਥੇ ਸਵੇਰੇ ਗੁਰਬਾਣੀ ਦੀ ਗੂੰਜ ਉੱਠਦੀ ਹੈ, ਉਹ ਤੇ ਬੇਸ਼ਤਰ ਜਗ੍ਹਾ ਉਂਝ ਹੀ ਬੰਦ ਹੋ ਗਈ। ਪਤਾ ਹੈ ਕਿਉਂ? ਅਰਥ ਸ਼ਾਸਤਰ ਦਾ ਇੱਕ ਨਿਯਮ ਹੈ, ਮਾਰਕੀਟ ਦੀ ਚੀਜ਼ ਬਹੁਤ ਪਈ ਹੈ ਪਰ ਗ੍ਰਾਹਕੀ ਨਹੀਂ ਹੈ, ਕੋਈ ਲੈਣ ਵਾਲਾ ਨਹੀਂ। ਇਹ ਮਾਰਕੀਟ ਦੇ ਵਿੱਚ ਇਹ ਚੀਜ਼ ਕਿੰਨੇ ਚਿਰ ਤੱਕ ਪਈ ਰਹੇਗੀ? ਕੋਈ ਲੈਣ ਵਾਲਾ ਹੀ ਨਹੀਂ, ਕੋਈ ਗ੍ਰਾਹਕ ਹੀ ਨਹੀਂ, ਕੀਮਤ ਵੀ ਗਿਰਦੀ ਜਾਏਗੀ। ਯਕੀਨ ਜਾਣੋ, ਅੱਜ ਧਰਮ जितना बेकीमत हो गया है, कोई चीज इतनी बेकीमत नहीं। ये भी मैं अर्ज करते हैं, हकीकत है, सच्चाई है, जबकि उस तो वड मुल्ला होर कुछ भी नहीं है। वस्तु बहुत पई है, ग्राहकी नहीं है, कीमतां गिर जाणगियां, बिल्कुल ग्राहकी नहीं है। वो वस्तु एक दिन मार्केट तो ओझल हो जाएगी, आउट ऑफ मार्केट हो जाएगी, नहीं रह सकती। चर्च ते उन्हां दे दरवाजे ते बथेरे बंद हो गए ने, कईयां दे ते दीवा बत्ती भी नहीं आउंदी। ये भी मैं अर्ज करदे हां, भारत विच भी बहुते मंदिरां दे सिर कल्ला पुजारी बैठा रहिंदा है। बड़ियां बड़ियां बिल्डिंगां गुरुद्वारियां दी मजाल है, अंम੍ਰਿਤ ਵੇਲੇ कोई एक मनुख गुरु नाल जुड़न दी उमंग रखदा होवे, तड़प रखदा होवे। हर चीज दी अपनी रुत है, हर चीज दा अपना समा है। नाम बीजण दा भी समा है। ਅੰਮ੍ਰਿਤ ਵੇਲਾ सच नाम वडियाई विचार, वो ते खो गया।
ਕਲੱਬਾਂ ਦੀ ਰੌਣਕ ਵੱਧ ਗਈ, ਥੀਏਟਰਾਂ ਦੀ ਰੌਣਕ ਵੱਧ ਗਈ, ਵੇਸ਼ਿਆਲਿਆਂ ਦੀ ਰੌਣਕ ਵੱਧ ਗਈ, ਜੂਏ ਖਾਨਿਆਂ ਦੀ ਰੌਣਕ ਵੱਧ ਗਈ। ਰੱਬ ਦੀ ਨੇਤ ਅਤਕੀ ਦਾਸ ਦਾ 3 ਦਿਨ ਦਾ ਪ੍ਰੋਗਰਾਮ ਰੀਨੋ ਵਿੱਚ ਸੀ। ਮੈਂ ਪਹਿਲੀ ਦਫਾ ਗਿਆ। ਸਾਰਾ ਸ਼ਹਿਰ ਬੜਾ ਪੁਰ ਰੌਣਕ, ਬੜੀ ਲਾਈਟ, ਇੱਕ ਇੱਕ ਬਿਲਡਿੰਗ ਬੜੀ ਸਜੀ ਹੋਈ। ਰਾਤ ਦੇ ਵਕਤ ਪਹੁੰਚੇ, ਸੰਧਿਆ ਹੋ ਗਈ ਸੀ। ਜਿਹੜਾ ਸੱਜਣ ਲੈ ਜਾ ਰਿਹਾ ਸੀ, ਮੈਂ ਉਸਨੂੰ ਪੁੱਛਿਆ ਸੀ, ਹਰ ਬਿਲਡਿੰਗ ਦੇ ਅੰਦਰ ਕੋਈ ਖੁਸ਼ੀ ਹੋ ਰਹੀ ਹੈ, ਕੋਈ ਵਿਆਹ ਸ਼ਾਦੀ ਹੈ, ਇੰਨੀ ਸਜਾਵਟ? ਕਹਿੰਦਾ ਗਿਆਨੀ ਜੀ ਕਿਹੜੇ ਚੱਕਰ 'ਚ ਪਏ, ਸਭ ਜੂਏ ਖਾਨੇ ਨੇ। ਇਸ ਸ਼ਹਿਰ ਦੀਆਂ ਸਾਰੀਆਂ ਬਿਲਡਿੰਗਾਂ 'ਚ ਵੱਡੀਆਂ ਵੱਡੀਆਂ ਦੇਖਦੇ ਪਏ, ਸਜੀਆਂ ਹੋਈਆਂ, ਸਭ ਜੂਏ ਖਾਨੇ ਨੇ। ਔਰ ਕਹਿਣ ਲੱਗੇ ਮਜਬੂਰੀ ਹੈ ਸਾਡੀ, ਸਾਨੂੰ ਵੀ ਇੱਕ ਬਿਲਡਿੰਗ ਮਿਲੀ ਹੈ ਨਾ ਜੂਏ ਖਾਨਿਆਂ ਦੇ ਵਿਚਕਾਰ ਹੀ ਮਿਲੀ ਹੈ, ਗੁਰਦੁਆਰਾ ਵੀ ਉੱਥੇ ਹੀ, ਜਿੱਥੇ ਤੁਹਾਨੂੰ ਲੈ ਜਾ ਰਹੇ ਹਾਂ। ਮਜਬੂਰੀ ਹੈ ਕਹਿੰਦੇ ਸਾਡੀ। ਇੰਨਾ ਸਜਿਆ ਹੋਇਆ ਸ਼ਹਿਰ ਅਮਰੀਕਾ ਦਾ ਮੈਂ ਪਹਿਲੀ ਦਫਾ ਦੇਖਿਆ। ਦੇਖੇ ਦੇ ਸ਼ਹਿਰ ਬੜੇ, ਇੰਨੀ ਸਜਾਵਟ, ਇਤਨਾ ਸ਼ਿੰਗਾਰਿਆ ਹੋਇਆ, ਸਭ ਜੂਏ ਖਾਨੇ, ਔਰ ਬੜੀ ਭੀੜ, ਬੜੀ ਭੀੜ। ਹੈਰਾਨਗੀ ਦੀ ਇਹ ਪਤਾ ਨਹੀਂ ਕਿਸ ਤਰ੍ਹਾਂ ਇੱਕ ਮਾਹੌਲ ਹੈ ਕਿ ਉਹਨਾਂ ਜੂਏ ਖਾਨਿਆਂ ਦੇ ਵਿਚਕਾਰ ਇੱਕ ਚਰਚ ਵੀ ਬਣਿਆ ਹੋਇਆ ਹੈ। ਦਰਵਾਜ਼ੇ ਬੰਦ ਪਏ, ਕਿਧਰੇ ਇਤਵਾਰ ਨੂੰ ਖੁੱਲ੍ਹਦਾ, ਇੱਕ ਦੋ ਬੰਦੇ ਭੁੱਲੇ ਬਿਸਰੇ ਚਲੇ ਜਾਂਦੇ। ਮਨੁੱਖ ਦੀ ਜ਼ਿੰਦਗੀ ਇਤਨੀ ਰਾਤ ਹੋ ਗਈ ਹੈ, ਰਾਤ ਨਾਲ ਸੰਬੰਧ ਜੁੜ ਰਿਹਾ, ਦਿਨ ਨਾਲ ਨਹੀਂ, ਅੰਮ੍ਰਿਤ ਵੇਲੇ ਨਾਲ ਨਹੀਂ। ਜੀਵਨ ਇਤਨਾ ਅੰਧਕਾਰਮਈ ਹੋ ਗਿਆ, ਮਨੁੱਖ ਖੁਦ ਰਾਤ ਹੋ ਗਿਆ, ਦਿਨ ਨਹੀਂ ਰਿਹਾ, ਪ੍ਰਕਾਸ਼ ਨਹੀਂ ਰਿਹਾ। ਜਿਨ੍ਹਾਂ ਦੀ ਜ਼ਿੰਦਗੀ ਉਜਵਲ ਸੀ, ਪ੍ਰਕਾਸ਼ਮਈ ਸੀ, ਉਹਨਾਂ ਦੀ ਆਤਮਾ 'ਚੋਂ ਧਰਮ ਮੰਦਰਾਂ ਦਾ ਜਨਮ ਹੋਇਆ, ਅੰਮ੍ਰਿਤ ਵੇਲੇ ਦਾ ਜਨਮ ਹੋਇਆ, ਸੰਖ ਨਗਾਰੇ, ਘੜਿਆਲ ਬਾਂਗ, ਪੂਜਾ ਪਾਠ ਦਾ ਜਨਮ ਹੋਇਆ। ਉਹਨਾਂ ਲੋਕਾਂ ਨੇ ਇਸ ਨੂੰ ਜਨਮ ਦਿੱਤਾ। ਪਰ ਸਹਿਜੇ ਸਹਿਜੇ ਦੂਜੀ ਤਾਦਾਦ ਵੱਧਦੀ ਜਾ ਰਹੀ ਹੈ, ਵੱਧਦੀ ਜਾ ਰਹੀ ਹੈ। ਮੰਦਰ ਬੇਰੌਣਕ ਹੁੰਦੇ ਜਾ ਰਹੇ ਨੇ, ਜੂਏ ਖਾਨਿਆਂ ਦੀ ਰੌਣਕ ਵੱਧਦੀ ਜਾ ਰਹੀ, ਵੇਸ਼ਾਲਿਆਂ ਦੀ ਰੌਣਕ ਵੱਧਦੀ ਜਾ ਰਹੀ ਹੈ, ਕਲੱਬਾਂ ਥੀਏਟਰਾਂ ਦੀ ਰੌਣਕ ਵੱਧਦੀ ਜਾ ਰਹੀ ਹੈ। ਕਾਰਨ ਬਾਹਰ ਸਿਰਫ ਵੇਖਣਾ ਹੁੰਦਾ ਤੇ ਵੇਖ ਕੇ ਰਸ ਲੈਣਾ ਹੁੰਦਾ ਹੈ। ਧਰਮ ਬਾਰੇ ਇਹ ਹੈ ਕਿ ਅੱਖਾਂ ਮੀਟ ਤੇ ਧਿਆਨ ਅੰਦਰ ਲੈ ਜਾ। ਔਖਾ ਕੰਮ ਹੈ, ਔਖਾ ਕੰਮ। ਸਵਾਮੀ ਰਾਮਾਨੰਦ ਦਾ ਭਾਵੇਂ ਇੱਕੋ ਹੀ ਸ਼ਬਦ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ, ਬਸੰਤ ਰਾਗ ਦੇ ਵਿੱਚ, ਬੜਾ ਸਾਰਥਿਕ ਹੈ, ਬੜਾ ਕੀਮਤੀ ਹੈ। ਉਹ ਕਹਿੰਦੇ ਨੇ ਕਤ ਜਾਈਏ ਰੇ ਘਰ ਲਾਗੋ ਰੰਗ। ਕਿੱਥੇ ਜਾਵਾਂ ਮੈਂ, ਘਰ ਦੇ 'ਚ ਹੀ ਰੰਗ ਲੱਗ ਗਿਆ, ਭਟਕਣਾ ਮਿਟ ਗਈ ਹੈ। ਕਤ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿਤਨਾ ਚਲਤ ਮਨ ਭਇਓ ਪੰਗ। ਯਾਦਾਂ ਜਦ ਬਾਹਰ ਚਲਨ ਤਾਂ ਮਨ ਭਟਕ ਰਿਹਾ ਹੈ, ਸੋਚਣੀ ਜਦ ਬਾਹਰ ਜਾਵੇ ਤਾਂ ਮਨ ਭਟਕ ਰਿਹਾ ਹੈ, ਵਿਚਾਰ ਜਦ ਬਾਹਰ ਮੁਖੀ ਹੋਵਨ ਤਾਂ ਮਨ ਬਾਹਰ ਭਟਕ ਰਿਹਾ ਹੈ। ਹਰ ਵਕਤ ਮਨ ਬਾਹਰ ਭਟਕਦਾ ਹੈ। ਤੇ ਬਾਹਰ ਕਿਸ ਤਰ੍ਹਾਂ ਭਟਕਦਾ ਹੈ? ਸਮੇਂ ਦੇ 'ਚ ਭਟਕਦਾ ਹੈ, ਵਕਤ ਦੇ 'ਚ ਭਟਕਦਾ ਹੈ, ਕਾਲ ਦੇ 'ਚ ਭਟਕਦਾ ਹੈ। ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਦੇ ਚਲੇ ਜਾਂਦਾ ਹੈ, ਆਉਣ ਵਾਲੇ ਸਮੇਂ ਦੀ ਚਿੰਤਾ ਦੇ ਚਲਾ ਜਾਂਦਾ ਹੈ। ਮਨੁੱਖ ਜਿੱਥੇ ਬੈਠਾ ਹੋਵੇਗਾ, ਹੈ ਮਨ ਅਕਾਲ ਦਾ ਹਿੱਸਾ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਹੈ ਤੇ ਅਕਾਲ ਦਾ ਹਿੱਸਾ। ਭਟਕਦਾ ਕਾਲ ਦੇ 'ਚ ਹੈ। ਮਨ ਅਕਾਲ ਹੋ ਸਕਦਾ ਹੈ ਤੇ ਕਾਲ ਦਾ ਰੂਪ ਵੀ ਹੋ ਸਕਦਾ ਹੈ। ਅਗਰ ਕਾਲ ਦੇ 'ਚ
भटकदा रहा तो बार बार शरीर मिलता रहेगा। इसे नूं कहंदे ने आवागमन, बार बार जमदा रहेगा, मरदा रहेगा, जमदा रहेगा। ये बार बार वाहन इसनूं मिलेगा। जितने चिर तक मन अचेत है सिलसिला चलता रहेगा। हुणे कीर्तन दे एक पंक्ति आई सी, मिटियो अंधेर मिलत हर नानक, जन्म जन्म की सोई जागी। शरीर रात नूं सौ जांदा है, सवेरे जाग पैंदा है। ये मन ते कई जन्मां दा सुत्ता पिया, ये भी मैं पता नहीं कितने जन्मां दा। मिटियो अंधेर मिलत हर नानक, जन्म जन्म की सोई जागी। शरीर सवेरे घरों निकलिया, शाम नूं वापस आंदा है। ये मन ते अपने घर तो पता नहीं कितने जन्मां दा निकलिया, वापस जाना ही भुल गया। आवाज़ मारदे ने धन गुरु नानक, गुरु तेग बहादुर साहब जी महाराज, मेरे मन परदेसी वे प्यारे आओ घरे। कित्थे तक भटकेगा, कित्थे तक भटकेगा। जद कोई कहंदा है मेरा मन इत्थे नहीं टिकदा, ये तेरा घर ही नहीं है। किधरे भी मन टिकदा नहीं, क्योंकि मन दा वो घर ही नहीं है। ये अपने घर ही टिक सकता है। कोई पदार्थ, कोई रंग रूप, कोई पसारा, कोई प्रभता मन का घर नहीं है। मन का घर प्रभु है। कोई पदार्थ मन का घर नहीं है। पदार्थ तन की लोड़ है, तो तन की लोड़ नूं जद मन अपनी लोड़ बना लैंदा तो इसे नूं लोभ कहंदे ने, इसे नूं लोभ कहंदे ने। पदार्थ ते तन की लोड़ सी, इसनूं इसने अपनी मन की लोड़ बना लिया। बड़े ध्यान नाल सुनना। और मन का उसदे च कोई रजेवा नहीं। हाँ, तन की तृप्ति हो सकती है। भोजन तन की लोड़ है, पर मन ने अपनी लोड़ बना रहा है। बार बार याद आ रहा है, ऐ खा लवां, ओ खा लवां, ओ खा लवां। ये तो तन की लोड़ सी। भुख भी नहीं लगी तो मन याद करी जा रहा है तरह तरह के पकवानां नूं। मैं उस दिन भी अर्ज की सी, लोड़ां मनुख दियां सीमत ने, लोभ की कोई सीमा नहीं है। भुख की सीमा है, स्वाद की कोई सीमा नहीं है, कोई सीमा नहीं। तन दियां लोड़ां नूं जद मनुख मन अपनी लोड़ बना लैंदा है, उसे नूं वासना कहंदे ने। गुस्ताखी माफ, दो शब्द बर्दाश्त कर लेना। काम तन की लोड़ है, मन की नहीं। जद मन अपनी लोड़ बना लैंदा है, वासना बन जाता है। पदार्थ तन की लोड़ है, मन की नहीं। जद मन अपनी लोड़ बना लैंदा, इसनूं लोभ कहंदे ने। शक्ति, ताकत, प्रभता, ये बाहर की कोई सहूलतां वास्ते चाहिए होनी है तन, लेकिन जद मन अपनी लोड़ बना लैंदा है, ये हंकार बन जाता है, प्रबल हंकार बन जाता है। जो सिर्फ तन की लोड़ है, मन ने अपनी लोड़ बना लिया, तो जब प्राप्त हो जाता है मन की तृप्ति नहीं, तृप्ति नहीं। एक निर्धन ते निर्धन है, चोटी का धनवान भी निर्धन है। ये भी महर्ज करते हैं। इस चक्कर च ना पैना। बड़े बड़े राजे महाराजे जद भिक्षु बनते हैं या किसी भिक्षु के अगों हथ जोड़ के खड़े होंदे ने, उदों हैरानगी आउंदी, लै हैगे ते राजे महाराजे, ये करदे की पैना। गुरु नानक इसका जिक्र भी करते हैं, रोवें राजे कन्न पड़ाए, घर घर मांगे बिखिया जाए। हैगे ते शहनशाह सन, लेकिन पता चलिया कि तन की लोड़ से में मन की लोड़ बनाई। पदार्थ तन की लोड़ ने, जब मन की लोड़ बना लईए, मन नहीं टिकता। किसी राज सिंघासन ते मन नहीं टिकता, तन नहीं बैठता। किसी पदार्थ दे मन नहीं टिकता, सिर्फ तन नहीं जुड़ता। यह भी मर्ज करें। किसी रूप दे मन नहीं बैठता, सिर्फ वक्त ही है, वक्त ही है। मन की वो लोड़ नहीं है। मन की लोड़ परमात्मा है, मन की लोड़ प्रभु है, प्रभुता नहीं है।
ਮਨ ਦੀ ਲੋੜ ਰਾਮ ਹੈ, ਕਾਮ ਨਹੀਂ ਹੈ। ਮਨ ਦੀ ਲੋੜ ਪਰਮਾਤਮਾ ਹੈ, ਪਦਾਰਥ ਨਹੀਂ ਹੈ। ਮਨਨ ਦੀ ਲੋੜ ਪ੍ਰਭੂ ਹੈ, ਪ੍ਰਭਤਾ ਨਹੀਂ ਹੈ। ਜਦ ਕੋਈ ਪ੍ਰਭਤਾ ਨੂੰ, ਪਦਾਰਥ ਨੂੰ, ਕਾਮ ਨੂੰ ਆਪਣੇ ਮਨ ਦੀ ਲੋੜ ਬਣਾ ਲੈਂਦਾ ਹੈ, ਭਟਕਣਾ ਵੱਧ ਜਾਂਦੀ ਹੈ, ਵੱਧ ਜਾਂਦੀ ਹੈ, ਭਟਕਣਾ ਵੱਧ ਜਾਂਦੀ ਹੈ। ਕਿਉਂਕਿ ਉਹ ਟਿਕਦਾ ਨਹੀਂ, ਉਹ ਕਿਧਰੇ ਵੀ ਟਿਕਦਾ ਨਹੀਂ। ਮਨ ਭਟਕਦਾ ਹੈ ਕਾਲ ਦੇ 'ਚ, ਸਮੇਂ ਦੇ 'ਚ, ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਦੇ 'ਚ ਭਟਕਦਾ ਹੈ। ਮਨ ਨੂੰ ਭਟਕਣ ਵਾਸਤੇ ਕੋਈ ਅਸਥਾਨ ਨਹੀਂ ਚਾਹੀਦਾ, ਜਗ੍ਹਾ ਨਹੀਂ ਚਾਹੀਦੀ। ਜਗ੍ਹਾ ਚਾਹੀਦੀ ਹੈ ਤਨ ਨੂੰ, ਦੌੜਨ ਭੱਜਣ ਵਾਸਤੇ, ਕੰਮ ਕਰਨ ਵਾਸਤੇ। ਅਸਥਾਨ ਚਾਹੀਦਾ ਹੈ ਤਨ ਨੂੰ, ਮਨ ਨੂੰ ਨਹੀਂ ਚਾਹੀਦਾ। ਮਨ ਤੇ 4 ਫੁੱਟ ਦੀ ਜਗ੍ਹਾ 'ਚ ਵੀ ਬੰਦਾ ਬੈਠਾ ਹੈ, ਮਨ ਹਜ਼ਾਰਾਂ ਮੀਲ ਦੀ ਵਾਟ ਤੈਅ ਕਰੇਗਾ। ਉਹ ਸਮੇਂ 'ਚ ਭਟਕਦਾ ਹੈ, ਉਹ ਵਕਤ ਦੇ 'ਚ ਭਟਕਦਾ ਹੈ। ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਦੇ 'ਚ ਭਟਕੇਗਾ। ਤੁਸੀਂ ਆਖੋਗੇ ਕਿਉਂ ਭਟਕਦਾ ਹੈ? ਯਾਦਾਂ ਦੇ 'ਚ ਕਿਉਂ ਭਟਕਦਾ ਹੈ? ਕੁਛ ਮਿਲਿਆ ਸੀ, ਬੜੀ ਖੁਸ਼ੀ ਮਿਲੀ ਸੀ ਮਿਲ ਕੇ। ਕੁਛ ਮਨ ਭਾਉਂਦਾ ਮਿਲਿਆ ਸੀ, ਬੜੀ ਖੁਸ਼ੀ ਮਿਲੀ, ਫਿਰ ਵਿਛੜ ਗਿਆ, ਬੜੀ ਚੋਟ ਲੱਗੀ, ਬੜਾ ਦੁੱਖ ਹੋਇਆ। ਯਾਦਾਂ ਕਿਸ ਦੀਆਂ ਆਉਂਦੀਆਂ ਨੇ? ਦੁੱਖ ਸੁੱਖ ਦੀਆਂ। ਜਦ ਮਨੁੱਖ ਕੋਈ ਯਾਦਾਂ ਦੇ 'ਚ ਬੈਠਾ ਹੋਵੇ, ਜਾਂ ਸੁੱਖਾਂ ਨੂੰ ਯਾਦ ਕਰ ਰਿਹਾ ਹੋਵੇਗਾ ਜਾਂ ਦੁੱਖਾਂ ਨੂੰ। ਹੋਰ ਕੀ ਯਾਦ ਕਰਦਾ ਹੈ? ਹੋਰ ਕੀ ਯਾਦ ਕਰਦਾ? ਬਗੌਰ ਮੁਤਾਲਾ ਕਰ ਲੈਣਾ। ਆਪ ਸਾਰੇ ਸਿਆਣੇ ਬੈਠੇ ਹੋ। ਕੁਛ ਮਿਲਿਆ ਸੀ, ਕੁਛ ਵੀ ਮਿਲਿਆ ਸੀ। ਕੋਈ ਪਦਾਰਥ ਮਿਲਿਆ ਸੀ, ਮਿੱਤਰ ਮਿਲਿਆ ਸੀ, ਪੁੱਤਰ ਮਿਲਿਆ ਸੀ, ਭਰਾ ਮਿਲਿਆ ਸੀ, ਕੋਈ ਪ੍ਰਭਤਾ ਮਿਲੀ ਸੀ, ਕੁਛ ਵੀ ਮਿਲਿਆ ਸੀ। ਮਿਲ ਕੇ ਬੜੀ ਖੁਸ਼ੀ ਹੋਈ ਸੀ, ਯਾਦ ਆਉਂਦੀ ਹੈ, ਫਿਰ ਵਿਛੜ ਗਈ। ਸਮੇਂ ਦੇ ਵਿੱਚ ਜੋ ਕੁਛ ਵੀ ਮਿਲਦਾ ਹੈ ਵਿਛੜਦਾ ਹੈ, ਕੁਛ ਵੀ ਮਿਲਦਾ ਹੈ। ਇਹ ਜੀਵਨ में मिले ਵਿਛੜੇਗਾ। जवानी मिली है बिछड़ेगी, बचपना मिलिया बिछड़ गया। मिलना बिछड़ना, मिलना बिछड़ना इस समय का सुभाव है, काल का सुभाव है। मिलिया सी, बड़ी खुशी मिली, याद आउंदी है। बिछड़ गया, बड़ी चोट लगी है, बड़ा दुख होया, याद आउंदा है। यादां दुख सुख ਦੀਆਂ ਆਉਂਦੀਆਂ ਤੇ ਯਾਦਾਂ ਦਾ ਸੰਬੰਧ ਗੁਜ਼ਰੇ ਹੋਏ ਸਮੇਂ ਨਾਲ ਹੁੰਦਾ ਹੈ। ਉਂਝ ਸਮਾਂ ਇੱਕੋ ਹੀ ਹੈ, ਕਦੀ ਚੱਕਰ 'ਚ ਨਾ ਪੈਣਾ ਕਿ ਸਮੇਂ ਦੇ ਕੋਈ 3 ਰੂਪ ਨੇ। ਮਨੁੱਖ ਕਰਕੇ ਸਮਾਂ ਦਾ ਇਹ ਵਿਭਾਜਨ ਹੋ ਜਾਂਦਾ ਹੈ, ਵੰਡ ਹੋ ਜਾਂਦੀ ਹੈ। ਭੂਤ ਭਵਿਸ਼ ਵਰਤਮਾਨ ਅਸੀਂ ਕਹਿ ਦਿੰਦੇ ਹਾਂ, ਮਾਜ਼ੀ ਹਾਲ ਮੁਸਤਕਬਿਲ ਅਸੀਂ ਕਹਿ ਦਿੰਦੇ ਹਾਂ। ਉਂਝ ਸਮਾਂ ਇੱਕ ਹੈ, ਪਰਮਾਤਮਾ ਦੀ ਦੁਨੀਆ ਸਮਾਂ ਇੱਕ ਹੈ। ਮੇਰੇ ਕਰਕੇ ਕੁਝ ਜਿਹੜਾ ਗੁਜ਼ਰਾ ਹੋਇਆ ਸਮਾਂ ਹੈ ਉਹ ਮੇਰਾ ਭੂਤਕਾਲ ਹੈ, ਆਉਣ ਵਾਲਾ ਭਵਿਸ਼ ਹੈ, ਜੋ ਸਾਹਮਣੇ ਹੈ ਵਰਤਮਾਨ ਹੈ। ਇਹ ਮੇਰੇ ਕਰਕੇ, ਮੈਂ ਨਹੀਂ ਹਾਂ ਤਾਂ ਸਮਾਂ ਤਾਂ ਇੱਕੋ ਹੀ ਹੈ। ਉਮੀਦ ਇਹ ਗੱਲ ਪਕੜਦੇ ਚ ਆ ਗਈ। ਸਮੇਂ ਦੇ ਕੋਈ 3 ਰੂਪ ਨਹੀਂ, ਮਨੁੱਖ ਕਰਕੇ 3 ਰੂਪ ਹੋ ਜਾਂਦਾ ਹੈ। ਮੇਰਾ ਕੁਝ ਗੁਜ਼ਰਿਆ ਹੋਇਆ ਸਮਾਂ ਹੈ, ਮੇਰਾ ਕੁਝ ਆਉਣ ਵਾਲਾ ਸਮਾਂ। ਉਂਝ ਸਮਾਂ ਇੱਕੋ ਹੈ। ਮਨ ਚਲਾ ਜਾਂਦਾ ਹੈ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਵਿੱਚ, ਤੇ ਯਾਦਾਂ ਵਿੱਚ ਕੀ ਆਉਂਦਾ ਹੈ? ਦੁੱਖ ਤੇ ਸੁੱਖ। ਕਦੀ ਦੁੱਖਾਂ ਨੂੰ ਯਾਦ ਕਰਦਾ, ਕਦੀ ਸੁੱਖਾਂ ਨੂੰ। ਫਿਰ ਮਨ ਚਲਾ ਜਾਂਦਾ ਹੈ ਆਉਣ ਵਾਲੇ ਸਮੇਂ 'ਚ। ਕਿਉਂ? ਆਉਣ ਵਾਲੇ ਸਮੇਂ ਦੀ ਚਿੰਤਾ ਹੈ। ਹੁਣ ਜੋ ਕੁਛ ਮਿਲਿਆ ਹੋਇਆ ਹੈ ਕਿਧਰੇ ਚਲਾ ਨਾ ਜਾਏ, ਚਿੰਤਾ ਹੈ। ਪਹਿਲੇ ਤੇ ਇਸ ਤਰ੍ਹਾਂ ਹੋਇਆ, ਜੋ ਮਿਲਿਆ ਵਿਛੜਿਆ, ਜੋ ਮਿਲਿਆ ਵਿਛੜਿਆ। ਬਚਪਨਾ ਮਿਲਿਆ ਚਲਾ ਗਿਆ, ਜਵਾਨੀ ਮਿਲੀ ਚਲੀ ਗਈ। ਜੀਵਨ ਵਿੱਚ ਮਨੁੱਖ ਨੂੰ ਬਹੁਤ ਕੁਝ ਮਿਲਦਾ ਹੈ ਔਰ ਜਾਂਦਾ ਹੈ। ਪਤਾ ਨਹੀਂ ਕਿਤਨਾ ਕੁਝ ਮਿਲੇ ਔਰ ਕਿਤਨੇ ਮਿਲੇ, ਵਿਛੜੇ। ਬਾਬਾ ਫਰੀਦ ਆਪਣੇ ਆਪ ਨੂੰ ਇੰਝ ਸਮਝਾਉਂਦੇ ਨੇ, ਫਰੀਦਾ ਕਿੱਥੇ ਤੈਡੇ ਮਾਂ ਪਿਆ, ਜੇ ਨਹੀਂ ਤੂੰ ਜਣਿਆ, ਕੱਲ ਤੇ ਤੇਰੀ ਮਾਂ ਹੈ ਸੀ, ਅੱਜ ਕੋਈ ਨਹੀਂ। 5 ਸਾਲ ਤੇ ਪਿਤਾ ਹੈ ਸੀ, ਅੱਜ ਕੋਈ ਨਹੀਂ।
10 ਸਾਲ ਪਹਿਲੇ ਮਾਂ ਹੈ ਸੀ, ਅੱਜ ਕੋਈ ਨਹੀਂ। ਫਰੀਦਾ ਕਿੱਥੇ ਤੇਡੇ ਮਾਪਿਆਂ, ਜਿੰਨੀ ਤੂੰ ਜਣਿਆ ਤੈਂ ਪਾਸੋਂ ਲੱਦ ਗਏ, ਤੂੰ ਅਜੇ ਨਾ ਪਤੀਣਿਆ। ਮਨ ਭਟਕਦਾ ਹੈ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਵਿੱਚ। ਯਾਦਾਂ ਦੁੱਖ ਸੁੱਖ ਦੀਆਂ ਹੁੰਦੀਆਂ ਨੇ। ਕੁਝ ਮਿਲਿਆ ਸੀ, ਮਿਲ ਕੇ ਖੁਸ਼ੀ ਹੋਈ ਸੀ, ਯਾਦ ਆਉਂਦੀ ਹੈ। ਵਿਛੜ ਗਿਆ, ਵਿਛੜ ਕੇ ਚੋਟ ਲੱਗੀ, ਯਾਦ ਆਉਂਦੀ ਹੈ। ਮਨ ਚਲਾ ਜਾਂਦਾ ਹੈ ਚਿੰਤਾ ਦੇ ਵਿੱਚ, ਭਵਿਸ਼ ਦੀ ਚਿੰਤਾ, ਆਉਣ ਵਾਲੇ ਸਮੇਂ ਦੀ ਚਿੰਤਾ। ਹੁਣ ਜੋ ਮਿਲਿਆ ਹੋਇਆ ਹੈ ਕਿਧਰੇ ਵਿਛੜ ਨਾ ਜਾਏ, ਔਰ ਹੁਣ ਜੋ ਕੁਛ ਮੈਂ ਚਾਹੁੰਦਾ ਕਿਧਰੇ ਐਸਾ ਨਾ ਹੋਵੇ ਕਿ ਨਾ ਮਿਲੇ, ਨਾ ਮਿਲੇ। ਚਿੰਤਾ। ਜੋ ਕੁਛ ਮਿਲਿਆ ਹੋਇਆ ਹੈ ਕਿਧਰੇ ਐਸਾ ਨਾ ਹੋਵੇ ਚਲਾ ਜਾਏ, ਚਿੰਤਾ। ਜੋ ਕੁਛ ਮੈਂ ਚਾਹੁੰਦਾ ਐਸਾ ਨਾ ਹੋਵੇ ਕਿਧਰੇ ਨਾ ਮਿਲੇ, ਚਿੰਤਾ। ਮਨ ਜਾਂ ਤੇ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਦੇ ਚਾਹੁੰਦਾ ਹੈ, ਦੁੱਖ ਸੁੱਖ ਦੇ ਚਾਹੁੰਦਾ ਹੈ, ਜਾਂ ਮਨ ਆਉਣ ਵਾਲੇ ਸਮੇਂ ਦੀ ਚਿੰਤਾ ਦੇ ਚਾਹੁੰਦਾ ਹੈ। ਹੁਣ ਜੋ ਕੁਛ ਹੈ, ਹੁਣ ਇਹ ਜੀਵਨ ਹੈ, ਕਿਧਰੇ ਚਲਾ ਨਾ ਜਾਏ। ਕਬੀਰ ਸਮਝਾਉਂਦੇ ਨੇ, ਪਾੜੋ ਸੀ ਕਿ ਜੋ ਹੁਆ ਤੂੰ ਆਪਣੇ ਵੀ ਜਾਨ। ਕਿਹੜੇ ਚੱਕਰਾਂ 'ਚ ਪਿਆ ਤੂੰ? ਜੋ ਪੜੋਸੀ ਦੇ ਘਰ ਹੋਇਆ ਤੇਰੇ ਨਾਲ ਵੀ ਹੋਣਾ ਹੈ। ਕਿਹੜੇ ਚੱਕਰਾਂ 'ਚ ਪਿਆ ਤੂੰ? ਤੂੰ ਕਿਤਨਾ ਵੀ ਆਪਣੇ ਆਪ ਨੂੰ ਸਮਝਾ ਲੈ, ਪੜੋਸੀ ਨਾਲ ਹੋਇਆ ਮੇਰੇ ਨਾਲ ਨਹੀਂ ਹੋਣਾ। ਉਹਦੀ ਅਰਥੀ ਉੱਠੀ ਹੈ, ਮੇਰੀ ਨਹੀਂ ਉੱਠੇਗੀ। ਉਹ ਬੁੱਢਾ ਹੋਇਆ ਮੈਂ ਨਹੀਂ ਆਵਾਂਗਾ। ਕਬੀਰ ਕਹਿੰਦੇ ਨੇ ਇਸ ਚੱਕਰ 'ਚ ਪੈ ਹੀ ਨਾ। ਪੜੋ ਸੀ ਕੇ ਜੋ ਹੁਆ ਤੂੰ ਆਪਣੇ ਵੀ ਜਾਨ। ਕਹਿੰਦੇ ਨੇ ਮਨ ਟਿਕ ਗਿਆ, ਮਨ ਭਗਵਾਨ ਦੇ 'ਚ ਟਿਕ ਗਿਆ, ਸਮਾਂ ਮਿਟ ਗਿਆ, ਕਾਲ ਮਿਟ ਗਿਆ। ਇਸੇ ਨੂੰ ਟਿਕਾਓ ਕਹਿੰਦੇ ਨੇ। ਹੋਰ ਮਨ ਕਿਧਰੇ ਵੀ ਨਹੀਂ ਟਿਕੇਗਾ, ਕਿਧਰੇ ਵੀ ਨਹੀਂ ਟਿਕੇਗਾ। ਨਾ ਪਰਿਵਾਰ ਦੇ ਟਿਕੇਗਾ, ਨਾ ਕਾਰੋਬਾਰ ਦੇ ਟਿਕੇਗਾ, ਨਾ ਪਦਾਰਥਾਂ ਦੇ ਟਿਕੇਗਾ। ਕੋਈ ਵੀ ਮਨੋਰੰਜਨ ਹੋਵੇ ਉਹ ਉਤਨੇ ਚਿਰ ਤੱਕ ਹੀ ਮਨ ਦਾ ਪਰਚਾਵਾ ਹੋ ਸਕਦਾ ਹੈ ਜਿਤਨੇ ਚਿਰ ਤੱਕ ਮਨ ਦੀ ਦੁਨੀਆ 'ਚ ਉਹ ਪੁਰਾਣਾ ਨਹੀਂ ਹੋਇਆ। ਤੇ ਪੁਰਾਣੇ ਤੇ ਨਵੇਂ ਦਾ ਫਾਸਲਾ ਕਿਤਨਾ ਹੈ ਪਤਾ ਹੈ? ਜੋ ਨਹੀਂ ਦੇਖਿਆ ਨਵਾਂ ਹੈ, ਵੇਖਦਿਆਂ ਹੀ ਪੁਰਾਣਾ ਹੋ ਗਿਆ। ਜੋ ਨਹੀਂ ਹੰਡਾਇਆ ਨਵਾਂ ਹੈ, ਹੰਡਾਉਂਦਿਆਂ ਹੀ ਪੁਰਾਣਾ ਹੋ ਗਿਆ। ਜੋ ਨਹੀਂ ਸੁਣਿਆ ਨਵਾਂ ਹੈ, ਸੁਣਦਿਆਂ ਹੀ ਪੁਰਾਣਾ ਹੋ ਗਿਆ। ਨਵੇਂ ਪੁਰਾਣੇ ਦਾ ਕੋਈ ਬਹੁਤ ਫਾਸਲਾ ਨਹੀਂ ਹੈ। ਤੇ ਮਨ ਨੂੰ ਨਿਤ ਨਵਾਂ ਚਾਹੀਦਾ ਹੈ, ਪੁਰਾਣੇ ਨਾਲ ਸਹਿਮਤ ਨਹੀਂ ਹੁੰਦਾ। ਚਲੋ ਇੱਕ ਉਦਾਹਰਣ ਮੈਂ ਦੇ ਦਿਆਂ। ਇੱਕ ਮਹਾਨ ਕਵੀ ਹੋਵੇ ਤੇ ਉਹਦੀ ਕਵਿਤਾ ਬੜੀ ਬੁਲੰਦ ਪਾਇਆ ਹੋਵੇ, ਉਹ ਤੁਹਾਨੂੰ ਇੱਕ ਦਫਾ ਸੁਣਾਵੇ, ਬੜਾ ਰਸ ਆ ਗਿਆ। ਸਾਰੇ ਕਹਿੰਦੇ ਨੇ ਬੜਾ ਰਸ ਆਇਆ, ਬੜਾ ਆਨੰਦ ਆਇਆ। ਕਵਿਤਾ 'ਚ ਬੜੀ ਜਾਨ ਸੀ, ਕਵਿਤਾ 'ਚ ਬੜੀ ਗੱਲ ਸੀ। ਸਾਰਿਆਂ ਨੂੰ ਰਸ ਵਿਭੋਰ ਦੇਖ ਕੇ ਜੇ ਉਹ ਕਵੀ ਕਹਿ ਦੇਵੇ ਹੁਣ ਮੈਂ ਤੁਹਾਨੂੰ ਦੁਬਾਰਾ ਸੁਣਾਉਣ ਲੱਗਾ, ਕਿਉਂਕਿ ਤੁਹਾਨੂੰ ਰਸ ਆ ਰਿਹਾ, ਇਸ ਵਾਸਤੇ ਹੁਣ ਮੈਂ ਤੁਹਾਨੂੰ ਦੁਬਾਰਾ ਸੁਣਾਉਣ ਲੱਗਾ। ਯਕੀਨ ਜਾਣੋ ਅੱਧਾ ਰਸ ਖੋ ਗਿਆ, ਖੋ ਗਿਆ, ਅੱਧਾ ਖੋ ਗਿਆ। ਪਰ ਉਹ ਕਵੀ ਜ਼ਰਾ ਢੀਠ ਕਿਸਮ ਦਾ ਹੋਵੇ ਤੇ ਆਖੇ ਹੁਣ ਮੈਂ ਤੁਹਾਨੂੰ ਤਿਬਾਰਾ ਸੁਣਾਣੀ ਹੈ, ਤੀਜੀ ਦਫਾ। ਕਈ ਸੋਚਣਗੇ ਬੰਦਾ ਠੀਕ ਠਾਕ ਵੀ ਹੈ ਕਿ ਨਹੀਂ। ਇੰਜ ਕਹਿ ਲਓ 90% ਰਸ ਖੋ ਗਿਆ। ਤੇ ਜੇ ਉਹ ਹੁਣ ਆਖੇ ਕਿਉਂਕਿ ਤੁਸੀਂ ਬੜੇ ਟਿਕਾਓ ਨਾਲ ਪਏ ਸੁਣਦੇ, ਹੁਣ ਮੈਂ ਤੁਹਾਨੂੰ ਚੌਥੀ ਦਫਾ ਸੁਣਾਣਾ, ਰਸ ਬਿਲਕੁਲ ਖੋ ਗਿਆ। ਤੇ ਜੇ ਕਿਧਰੇ ਉਸਨੇ ਕਹਿ ਦਿੱਤਾ ਹੁਣ ਮੈਂ ਤੁਹਾਨੂੰ ਪੰਜਵੀਂ ਦਫਾ ਸੁਣਾਣਾ, ਸਾਰਿਆਂ ਨੇ ਕਹਿਣਾ ਦੀਵਾਰਾਂ ਨੂੰ ਸੁਣਾ ਸੀ ਚਲੇ, ਪਾਗਲ ਲੱਗਦਾ ਕਿਧਰੇ, ਹੱਦ ਹੋ ਗਈ। ਪਹਿਲੇ ਮਹਾਕਵੀ ਤੇ ਮਹਾਕਵੀ ਤੋਂ ਹੁਣ ਪਾਗਲ। ਮਹਾਕਵੀ ਸੀ, ਕਵਿਤਾ ਨਵੀਂ ਪ੍ਰਤੀਤ ਹੋਈ, 5 ਦਫਾ ਸੁਣਨ ਨਾਲ ਬਿਲਕੁਲ ਪੁਰਾਣੀ ਹੋ ਗਈ, ਬਿਲਕੁਲ ਪੁਰਾਣੀ, ਸਭ ਕੁਝ ਖੋ ਗਿਆ। ਸੰਸਾਰ ਦੇ 'ਚ ਐਸਾ ਕੁਝ ਵੀ ਨਹੀਂ ਜੋ ਪੁਰਾਣਾ ਨਾ ਹੋਵੇ। ਕਿਧਰੇ ਵੀ ਮਨ ਨਹੀਂ ਟਿਕਦਾ, ਕਿਧਰੇ ਵੀ ਨਹੀਂ ਟਿਕਦਾ। ਜੋ ਨਹੀਂ ਮਿਲਿਆ ਨਵਾਂ ਹੈ, ਮਿਲਦਿਆਂ ਹੀ ਪੁਰਾਣਾ ਹੋ ਜਾਂਦਾ ਹੈ।
ਜੋ ਨਹੀਂ ਵੇਖਿਆ ਨਵਾਂ ਹੈ, ਵੇਖਦਿਆਂ ਹੀ ਪੁਰਾਣਾ ਹੋ ਜਾਂਦਾ ਹੈ। ਜੋ ਨਹੀਂ ਸੁਣਿਆ ਨਵਾਂ ਹੈ, ਸੁਣਦਿਆਂ ਹੀ ਪੁਰਾਣਾ ਹੋ ਗਿਆ। ਮਨ ਨੂੰ ਨਿਤ ਨਵਾਂ ਚਾਹੀਦਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਇੱਕ ਹੈ ਕਦੀ ਪੁਰਾਣਾ ਨਹੀਂ ਆਉਂਦਾ, ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾ। ਭਗਤ ਕਹਿੰਦੇ ਨੇ, ਇੱਕ ਦਿਨ ਦੀ ਗੱਲ ਨਹੀਂ, ਇੱਕ ਸੈਕਿੰਡ ਪਹਿਲੇ ਜੋ ਰਸ ਆਇਆ, ਦੂਜੇ ਸੈਕਿੰਡ ਦੇ 'ਚ ਉਹ ਰਸ ਹੋ ਰਿਹਾ, ਤੀਜੇ ਸੈਕਿੰਡ ਦੇ 'ਚ ਰਸ ਹੋ ਰਿਹਾ, ਔਰ ਉਹ ਰਸ ਵੱਧਦਾ ਹੀ ਜਾ ਰਿਹਾ, ਵੱਧਦਾ ਹੀ ਜਾ ਰਿਹਾ, ਵੱਧਦਾ ਹੀ ਜਾ ਰਿਹਾ। ਉਹ ਸਾਹਿਬ ਨਿਤ ਨਵਾਂ ਹੈ, ਨਿਤ ਨਵਾਂ ਹੈ। ਕਿਸੇ ਵੀ ਕਵਿਤਾ ਨੂੰ, ਸੰਗੀਤ ਦੀ ਧੁਨ ਨੂੰ ਪਹਿਲੇ ਸੁਣਦਿਆਂ ਜੋ ਰਸ ਹੋਵੇਗਾ, ਬਾਰ-ਬਾਰ ਸੁਣਨ ਨਾਲ ਰਸ ਹੋ ਜਾਏਗਾ। ਪਰ ਬਾਰ-ਬਾਰ ਜਪਦਿਆਂ ਹੀ ਰਸ ਵੱਧਦਾ ਜਾ ਰਿਹਾ, ਵੱਧਦਾ ਜਾ ਰਿਹਾ। ਕਿਉਂ? ਉਹ ਸਾਹਿਬ ਨਿਤ ਨਵਾਂ ਹੈ। ਸਾਹਿਬ ਮੇਰਾ ਨੀਤ ਨਵਾਂ, ਕਿਉਂਕਿ ਸਾਹਿਬ ਪਦਾਰਥ ਨਹੀਂ ਹੈ, ਪਰਮਾਤਮਾ ਹੈ, ਨਿਤ ਨਵਾਂ ਹੈ। ਸਤ ਪਰਮੇਸ਼ਵਰ ਨਿਤ ਨਵਾਂ। ਜੋ ਪੁਰਾਣਾ ਹੋ ਜਾਂਦਾ, ਇਸ ਦਾ ਤੇ ਬੋਧ ਹੈ ਥੋੜਾ ਬਹੁਤ। ਕੁਝ ਚੋਟੀ ਦੇ ਮਹਾਨ ਸ਼ਾਇਰਾਂ ਨੇ ਖੁਦਕਸ਼ੀ ਵੀ ਕਰ ਲਈ, ਜੈਸੇ ਨੰਦ ਲਾਲ ਨੂਰਪੁਰੀ ਨੇ। 3 ਸਾਲ ਪਹਿਲੇ ਪਿਆਰਾ ਸਿੰਘ ਰੋਸ਼ਨ ਨੇ, ਮੈਨੂੰ ਕਈਆਂ ਨੇ ਆ ਕੇ ਗਿਲਾ ਕੀਤਾ, ਕਿਉਂਕਿ 10-15 ਸਾਲ ਤੋਂ ਮੇਰੇ ਨਾਲ ਚੱਲਦਾ ਸੀ। ਅੰਮ੍ਰਿਤਸਰ ਦਾ ਵਾਸੀ, ਬੜਾ ਵੱਡਾ ਚਿੱਤਰਕਾਰ, ਬੜਾ ਮਹਾਨ ਕਵੀ, ਕਵੀ ਦਰਬਾਰਾਂ ਦੀ ਰੌਣਕ, ਸਾਰੇ ਸਮਝਦੇ ਸਨ। ਦਰਬਾਰ ਸਾਹਿਬ ਦੇ ਨੇੜੇ ਰਹਿੰਦਾ ਸੀ। ਜਿਸ ਦਿਨ ਮੈਂ ਅੰਮ੍ਰਿਤਸਰ ਪਹੁੰਚਦਾ ਸੀ, ਕਿਉਂਕਿ ਦਾਸ ਧੰਨ ਗੁਰੂ ਰਾਮਦਾਸ ਜੀ ਦੇ ਪੁਰਬ ਤੋਂ ਲੈ ਕੇ ਦੀਵਾਲੀ ਤੱਕ ਉੱਥੇ ਹਾਜ਼ਰੀ ਭਰਦਾ ਹੈ, ਬਸ ਪਹਿਲੇ ਖੜਾ ਇਹ ਮਿਲਦਾ ਸੀ ਮੈਨੂੰ। ਗੱਲ ਨਾਲ ਮੈਨੂੰ ਪਹਿਲੇ ਇਹ ਲਾਂਦਾ ਸੀ। ਲੇਕਿਨ 3 ਸਾਲ ਪੁਰਾਣੀ ਗੱਲ ਮੈਂ ਕਰਾਂ, ਜਦ ਮੈਂ ਪਹੁੰਚਿਆ, ਮੈਂ ਕਿਹਾ ਹੱਦ ਹੋ ਗਈ। ਪਿਆਰਾ ਸਿੰਘ ਜੀ ਰੋਸ਼ਨ ਇਹ ਨਹੀਂ ਦਿਖਾਈ ਦਿੱਤੇ, ਬਾਕੀ ਤੇ ਮਿਲੇ। ਦੂਜੇ ਦਿਨ ਵੀ ਜਦ ਮਿਲਣਾ ਨਾ ਹੋਇਆ, ਕਿਉਂਕਿ ਦੂਜੇ ਦਿਨ ਕਵੀ ਦਰਬਾਰ ਸੀ। ਸ਼ਾਇਦ ਆਪ ਨੂੰ ਪਤਾ ਹੋਵੇ, ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਪੁਰਬ ਤੇ ਬਹੁਤ ਵੱਡਾ ਰਾਗ ਦਰਬਾਰ ਹੁੰਦਾ ਹੈ। ਜਿਸ ਰਾਗ ਦੇ ਸ਼ਬਦ ਦਾ ਉਚਾਰਨ ਹੈ ਗੁਰੂ ਰਾਮਦਾਸ ਜੀ ਦਾ, ਉਸੇ ਰਾਗ ਦੇ 'ਚ ਗਾਣਾ ਆਉਂਦਾ ਹੈ। 30-35 ਜਥੇ ਪਹੁੰਚਦੇ ਨੇ, ਬੜੀ ਸੰਗਤ ਆਉਂਦੀ ਹੈ ਦੂਰ ਦੂਰ ਤੋਂ, ਸ਼ਹਿਰਾਂ ਤੋਂ। ਪਰ ਦੂਜੇ ਦਿਨ ਕਵੀ ਦਰਬਾਰ ਆਉਂਦਾ ਹੈ, 30-35 ਕਵੀ ਵੀ ਪਹੁੰਚਦੇ ਨੇ ਚੋਟੀ ਦੇ। ਮੈਂ ਦੇਖ ਕੇ ਦੰਗ ਰਹਿ ਗਿਆ, ਉਹਨਾਂ ਕਵੀਆਂ 'ਚ ਰੋਸ਼ਨ ਕੋਈ ਨਹੀਂ ਸੀ। ਨਿਰਵੈਰ ਇੱਕ ਕਵੀ ਦਿੱਲੀ ਦਾ, ਮੈਂ ਉਹਨੂੰ ਪੁੱਛ ਲਿਆ, ਮੈਂ ਕਿ ਤੁਹਾਡਾ ਮਿੱਤਰ ਕਿੱਥੇ? ਕਹਿੰਦਾ ਮਿੱਤਰ ਤੇ ਤੁਹਾਡਾ ਸੀ, ਤੁਹਾਨੂੰ ਨਹੀਂ ਪਤਾ। ਉਹਨੇ ਆਪਣੇ ਮਕਾਨ ਦੀ 4ਥੀ ਮੰਜ਼ਿਲ ਤੋਂ ਗਿਰ ਕੇ ਖੁਦਕਸ਼ੀ ਕੀਤੀ, ਸਰੀਰ ਦੇ ਟੁਕੜੇ ਟੁਕੜੇ ਹੋ ਗਏ। ਮੈਂ ਕਿਹਾ ਐਸਾ ਕਰੇਗਾ? ਮੈਂ ਕਿਹਾ ਕੁਛ ਦਿਨਾਂ ਤੋਂ ਮੈਨੂੰ ਕਹਿੰਦਾ ਸੀ ਜ਼ਿੰਦਗੀ ਦੀ ਰਿਪੀਟੇਸ਼ਨ ਹੈ, ਕੁਛ ਵੀ ਨਹੀਂ, ਪੁਨਰੁਕਤੀ ਹੈ। ਜਿਵੇਂ ਬਾਰ-ਬਾਰ ਸਵਾਸ ਲੈ ਰਹੇ ਹਾਂ, ਬਾਰ-ਬਾਰ ਖਾਈ ਜਾਓ, ਸਵੇਰੇ ਖਾ ਲਓ, ਸ਼ਾਮੀ ਖਾ ਲਓ, ਬਾਰ-ਬਾਰ ਪੀ ਜਾਓ, ਬਾਰ-ਬਾਰ ਸੌਣਾ ਹੈ, ਬਾਰ-ਬਾਰ ਉਹੀ ਗੱਲਾਂ। ਮੈਨੂੰ ਕਹਿੰਦਾ ਸੀ ਮਸਕੀਨ ਜੀ, ਮੈਂ ਉਕਤਾ ਗਿਆ, ਇਹ ਪੁਨਰੁਕਤੀ ਹੁਣ ਮੈਨੂੰ ਨਹੀਂ ਚੰਗੀ ਲੱਗਦੀ, ਇਹ ਰਿਪੀਟੇਸ਼ਨ ਹੁਣ ਮੈਨੂੰ ਨਹੀਂ ਚੰਗੀ ਲੱਗਦੀ। ਮੈਂ ਕਿੱਥੇ ਤੱਕ ਰਿਪੀਟ ਕਰਾਂ? ਸਵੇਰੇ ਖਾ ਲਵਾਂ, ਸ਼ਾਮੀ ਫਿਰ ਖਾ ਲਵਾਂ, ਸੋ ਜਾਵਾਂ, ਫਿਰ ਜਾਗ ਪਾਵਾਂ, ਫਿਰ ਸੋ ਜਾਵਾਂ। ਇਹ ਤੇ ਉਹੀ ਕੁਛ ਕਰ ਰਹੇ ਹਾਂ, ਉਹੀ ਕੁਛ ਕਰ ਰਹੇ ਹਾਂ। ਗਾਲਬਨ 60 ਸਾਲ ਦਾ ਸੀ, ਛੋਟੀ ਉਮਰ ਵੀ ਨਹੀਂ ਸੀ, ਪਰ ਲੱਗਦਾ 60 ਦਾ ਨਹੀਂ ਸੀ, ਇੰਜ ਲੱਗਦਾ ਸੀ ਜਿਵੇਂ 40 ਦਾ ਹੋਵੇ। ਸਿਹਤ ਅੱਛੀ ਸੀ, ਬਹੁਤ ਤਗੜਾ ਸੀ। ਕਹਿੰਦਾ ਸੀ ਮੈਂ ਇਸ ਰੈਪੂਟੇਸ਼ਨ ਦੇ 'ਚ ਨਹੀਂ ਜੀਵਣਾ, ਇਸ ਪੁਨਰੁਕਤੀ ਦੇ 'ਚ ਨਹੀਂ ਜੀਵਣਾ। ਮੈਂ ਕਿਹਾ ਠੀਕ ਹੈ, ਕਵੀ ਜਿਹੜੇ ਹੁੰਦੇ ਨੇ, ਸ਼ਾਇਰ ਲੋਕ ਹੁੰਦੇ ਨੇ, ਆਖਰ ਬੇਚੈਨ ਤੇ ਹੁੰਦੇ ਨੇ, ਕਿਉਂਕਿ ਬਹੁਤ ਗਹਿਰਾਈ ਨਾਲ ਦੇਖਦੇ ਨੇ ਹਰ ਚੀਜ਼ ਨੂੰ, ਔਰ ਹਰ ਚੀਜ਼ ਜਦ ਬੇਮੈਨੀ ਹੋ ਜਾਂਦੀ ਹੈ, ਉਦਾਸ ਹੋ ਜਾਂਦੇ ਨੇ। ਮੈਂ ਕਿਹਾ ਸ਼ਾਇਰਾਂ ਦਾ ਸੁਭਾਅ ਹੁੰਦਾ ਹੈ।
ਕਵੀਆਂ ਦਾ ਸੁਭਾਅ ਹੁੰਦਾ ਹੈ, ਮੈਂ ਕਦੀ ਸੁਪਨੇ 'ਚ ਵੀ ਸੋਚ ਨਹੀਂ ਸਕਦਾ ਸੀ ਕਿ ਉਹਨੇ ਖੁਦਕਸ਼ੀ ਕਰ ਦੇਣੀ। ਕਦੀ ਇਸ ਤਰੀਕੇ ਨਾਲ ਆંકੜੇ ਇਕੱਠੇ ਕਰੋਗੇ, ਦੁਨੀਆ ਦੇ ਬੜੇ ਬੜੇ ਚਿੰਤਕ, ਦਾਰਸ਼ਨਿਕ, ਫਿਲਾਸਫਰ, ਕਵੀ, ਕਮ ਸੇ ਕਮ 10% ਨੇ ਖੁਦਕਸ਼ੀ ਕੀਤੀ, ਆਤਮ ਹੱਤਿਆ ਕੀਤੀ। हैरानगी आती है, ऐसा क्यों? वो कहते ने बार बार ओही कुछ मन इत्थे नहीं टिकता। रायपुर कवि दरबार सी ते मैं कहा चलो रोशन जी, कहने लगे हुण कवि दरबारां च भी जाण नूं मन नहीं करता। ओही संगत, ओही कवितावां, ਉਹੀ ਮਾਹੌਲ, ਉਹੀ ਲੋਕਾਂ ਦੀ ਵਾਹ-ਵਾਹ, ਉਹੀ ਲੋਕਾਂ ਦਾ ਕਹਿਣਾ ਰੋਸ਼ਨ ਜੀ ਕਮਾਲ ਕੀਤਾ, ਕਮਾਲ ਕੀਤਾ, ਕਮਾਲ ਕੀਤਾ। ਕਹਿੰਦਾ ਸੁਣ ਸੁਣ ਕੇ ਤੇ ਮੈਂ ਤੰਗ ਆ ਗਿਆ। ਉਹੀ ਕੁਛ ਨਵੀਨਤਾ ਨਹੀਂ ਹੈ। ਕੁਛ ਦਿਨਾਂ ਤੋਂ ਉਦਾਸ ਮੈਂ ਉਸ ਨੂੰ ਜ਼ਰੂਰ ਦੇਖਿਆ ਸੀ, ਪਰ ਇਹ ਮੈਂ ਸੋਚ ਹੀ ਨਹੀਂ ਸਕਦਾ ਸੀ ਕਿ ਖੁਦਕਸ਼ੀ। ਹਕੀਮ ਮੋਮਨ ਖਾਨ ਮੋਮਨ ਬਹਾਦਰ ਸ਼ਾਹ ਦੇ ਦਰਬਾਰੀ ਸ਼ਾਇਰਾਂ ਦੇ ਚੋਂ ਇੱਕ ਨਾਮਵਰ ਚੋਟੀ ਦਾ ਸ਼ਾਇਰ। एक मरने पे ही हो जिसकी उम्मीद, ना उम्मीदी उसकी देखा चाहिए। कहता है मेरी मायूसी देखो, आपां ते फैसला करी बैठे हाँ खुदकशी करनी है। एक मरने पे ही हो जिसकी उम्मीद, ना उम्मीदी उसकी देखा चाहिए। पर बात दे संभालदा हकीम सी, सियाणा सी, बुजुर्ग सी। अब तो घबरा के ये कहते हैं कि मर जाएंगे, पर मर के भी चैन ना पाया तो किधर जाएंगे। कहता फिर किथे जावांगा। हकीम मोमन खान मोमन उस वक्त इस्लामी जगत दा चोटी दा कुरान शरीफ दा वक्ता, बड़ा बुलंद पाया शायर, और जिन्हों बहादुर शाह जफर वक्त दा ਇਹ ਬਾਦਸ਼ਾਹ ਹਿੰਦੁਸਤਾਨ ਦਾ ਉਸਤਾਦ ਜੀ ਕਰਕੇ ਬੁਲਾਉਂਦਾ ਸੀ, ਹਜ਼ਰਤ ਕਰਕੇ ਬੁਲਾਉਂਦਾ ਸੀ, ਝੁਕ ਕੇ ਸਲਾਮ ਕਰਦਾ ਸੀ ਉਸ ਨੂੰ, ਬਈ ਬਜ਼ੁਰਗ ਹੈ, ਸਿਆਣਾ ਹੈ, ਉਸਤਾਦ ਹੈ। ਕਹਿੰਦਾ ਅਬ ਤੋ ਘਬਰਾ ਕੇ ਇਹ ਕਹਤੇ हैं कि मर जाएंगे, मर के भी चैन न पाया तो किधर जाएंगे। ਕਹਿੰਦਾ ਮਨ ਕਿਧਰੇ ਵੀ ਨਹੀਂ ਟਿਕਦਾ, ਕਿਧਰੇ ਵੀ ਨਹੀਂ ਟਿਕਦਾ। ਸਮਾਂ ਹੋ ਗਿਆ। ਸਵਾਮੀ ਰਾਮਾਨੰਦਾ ਬੋਲ ਕਹਿੰਦੇ ਨੇ ਕਤ ਜਾਈਏ ਰੇ, ਮਨ ਕਿੱਥੇ ਜਾਏ, ਘਰ ਲਾਗੋ ਰੰਗ ਲੱਗ ਗਿਆ। ਮੇਰਾ ਚਿਤ ਨਾ ਚਲਤ ਮਨ ਭਇਓ ਪੰਗ, ਮਨ ਪਿੰਗਲਾ ਹੋ ਗਿਆ, ਮਨ ਦੇ ਪੈਰ ਹੀ ਟੁੱਟ ਗਏ, ਗੱਲ ਖਤਮ। ਭੂਤ ਕਾਲ ਦੀਆਂ ਯਾਦਾਂ ਖਤਮ, ਭਵਿਸ਼ ਦੀ ਚਿੰਤਾ ਖਤਮ, ਪੈਰ ਹੀ ਟੁੱਟ ਗਏ। मेरा चित न चलत मन भयो पंग, एक दिवस मन भई उमंग। घस चंदा चंदन चोआ बहुत सुगंध, पूजन चाली ब्रह्म ठाए, सो ब्रह्म बतायो गुर मन ही माए। जिस ब्रह्म ਨੂੰ ਲੋਕੀ ਤੀਰਥਾਂ ਤੇ ਲੱਭਦੇ ਨੇ, ਮੰਦਰਾਂ 'ਚ ਲੱਭਦੇ ਨੇ, ਮੰਦਰ ਮਸਜਿਦ ਗੁਰਦੁਆਰਿਆਂ 'ਚ ਲੱਭਦੇ ਨੇ, ਕਹਿੰਦੇ ਨੇ ਮੈਂ ਆਪਣੇ ਅੰਦਰ ਲੱਭ ਲਿਆ। ਇਹੀ ਗੁਰੂ ਅਮਰਦਾਸ ਜੀ ਕਹਿੰਦੇ ਨੇ, इस मन को कोई खोजो भाई, मन खोजत नाम नौ निध पाई। नौ निध अमृत प्रभ का नाम, देही में इसका विश्राम। मंदिर गया होया उसे दा सफल, जिसने जीवन नू हरि मंदिर बना लिया। मस्जिद विच गया होया उसे दा सफल, जिहदी जिंदगी ही खाना खुदा बन गई। और गुरुद्वारे गया होया उसे दा सफल, जिसने अपने आप नू गुरु दा रूप बना लिया। ਤੇ ਗੁਰੂ ਮਾਣ ਨਾਲ ਕਹਿ ਦੇਵੇ ਮੇਰਾ ਆਪਣਾ ਹੀ ਰੂਪ ਹੈ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੋ ਨਿਵਾਸ। ਕਤ ਜਾਈਏ ਰੇ ਘਲ ਰਾਗੋ ਰੰਗ। ਗਾਲਿਬ ਇਸ ਨੂੰ ਇੰਜ ਬਿਆਨ ਕਰਦਾ ਹੈ, ਮੇਰੇ ਟੂਟੇ हुए पाए तलब का, मुझ पे ऐसा है तुम्हारे दर से अब उठकर कहीं जाया नहीं जाता। मोहब्बत असल में मखमूर वो राज़े हकीकत है, समझ में आ गया है फिर भी समझाया नहीं जाता।
कहता टुटे पैरों का बड़ा एहसान है, आपां टिक गए हैं, भटकना मिट गए। गल समझ आ गई है, पर मैं हुण समझा नहीं सकता। दुनिया के सारे संत भगतां ने कह दिता है अकथ है, जे हो जाना, जे मैं जान भी लिया आखा नाई, कहना नहीं, क्यों कहना कथन ना जाए, कथनी च नहीं आउंदा। क्या हो कथी कथे कथ देखा, मैं अकथ ना कथना जाए। जिन्हें इस अगम्मी दुनिया नूं प्राप्त किया, उसका कोई प्रत्यक्ष सबूत ना दे सके, और है भी नहीं। प्रत्यक्ष सबूत सीमत का होंदा, असीम का नहीं होंदा। जिन्हां ने उस अगम्मी दुनिया की झलक का आनंद माणिया, वो कोई प्रत्यक्ष सबूत दे ना सके। ते जिन्हां नूं इस अगम्मी दुनिया की झलक ना मिली, वो बड़े प्रबल झूठे सबूत इकट्ठे करके धुआंधार तकरीरां दे राही नास्तिकता नूं जन्म दे गए। मैं एक दफा फिर दोहरावां ते समाप्ति करां। कार्ल मार्क्स दे विचारां तो वक्ती तौर पर अद्धी दुनिया प्रभावित हो गई सी। चाइना, टैंजानिया, कोरिया, लाओस, कंबोडिया, चेकोस्लोवाकिया, बल्गारिया, पोलैंड, अद्धा जर्मनी, पूरा रशिया, ये सारा उस तो प्रभावित हो गया सी। इतनी दुनिया किसी वड्डे तो वड्डे पैगंबर तो भी प्रभावित नहीं हुई, क्योंकि पैगंबरां दी गल अंतरमुखी है, ओदी गल सिर्फ बाहरमुखी सी। और जद कदी कोई मनुख पूर्ण तौर पर अंतरमुखी हो जाता है, वही भगत है। तो भगती की जो रूप रेखा धन गुरु ग्रंथ साहब जी महाराज की बाणी छेतर दी मैं फिर कल थोड़े सामने रखने की कोशिश करांगा। समा हो गया। साहिब रहमत करन, बख्शिश करन, सानू उस अगम्मी अवस्था की झलक देन, जिस झलक का धन गुरु नानक देव जी महाराज की बाणी जिक्र कर दी है। हुण आप गुरबाणी का एक शब्द कीर्तन के राही सरवण करो। आनंद साहब का पाठ, भुल चुक दी क्षमा। वाहिगुरू जी का खालसा, वाहिगुरू जी।